सतनाम वाहिगुरु साहिब जी। सतगुर आयो शरण तुहारी, मिलै सुख नाम हर सुहबा। चिंता लाहे हमारी, गुर दाता गुर हिवै कर, गुर दीपक तिह लोए। अमर पदार्थ नानका, मन मान्य सुख होए। गुर कुंजी पाहु निवल, मन कोठा तन शत। नानक गुर बिन मन का ताक न उगड़ै, अवर ना कुंजी हथ। गुर बिन घोर अंधार, गुरु बिन समझ न आवै। गुर बिन सुरत न सिद्ध, गुरु बिन मुक्त न पावै। बेसुमार अथाह अगनत अतुलै, जो बुलावो त्यो नानक दास बोले। सतनाम वाहिगुरु साहिब जी। सवैये महले दूजे के, एक ओंकार सतगुर प्रसाद। सोई पुरख धन करता, कारण करतार करण समर्थो। सतगुरु धन नानक, मस्तक तुम धरियो जिन हथो। सोई पुरख धन करता, कारण करतार करण समर्थो। सतगुरु धन नानक, मस्तक तुम धरियो जिन हथो। ता धरियो मस्तक हथ सहज, अम्यो बुठो छज। सुर नर गण मुन बोहिज अगाज, मारियो कंटक काल गरज। तहावत लियो बरज, पंच भूत एक कहर। राख ले समझ, जग जीतो गुरद्वार। खेलहे समत सार, रथ उन्मन लिव राख निरंकार। कहो कीरत कल सहार, सपत दीप मयार। लहणा जगतर गुर परस मुरार। कहो कीरत कल सहार, सपत दीप मयहार। लहणा जगतर गुर परस मुरार। वाहिगुरु जी का खालसा, वाहिगुरु जी की फतेह।
ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਅਗਮ ਅਗੋਚਰ ਪਾਰ ਬ੍ਰਹਮ ਪਰਮੇਸ਼ਵਰ ਅੰਤਰਯਾਮੀ ਕਰੁਣਾਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਨਿਵਾਜਿਸ਼ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਤਿਗੁਰੂ ਕੇ ਚਰਨਾਂ ਦੀ ਮੁਬਾਰਕ ਪ੍ਰੀਤ ਦੇ ਨਾਲ ਆਪਣੇ ਜੀਵਨ ਨੂੰ ਧਨਤਾ ਦੇ ਯੋਗ ਕਰਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਬੜੇ ਉੱਤਮ ਕਰਮਯੋਗੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤ ਸੰਗਤ ਰੂਪ ਦੁਆਰਾ ਆਪਣੇ ਮਨੁੱਖਾ ਜੀਵਨ ਦੀ ਸਭ ਤੋਂ ਸ਼੍ਰੇਸ਼ਟ ਸਾਧਨਾ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਨਿਰੰਤਰ ਅਧਿਆਤਮਕ ਗਿਆਨਾਤਮਕ ਲਾਹਾ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਆਪ ਜੀ ਭੱਟ ਸਾਹਿਬਾਨਾਂ ਦੀ ਪਾਵਨ ਬਾਣੀ, ਜੋ ਉਹਨਾਂ ਨੇ ਗੁਰੂ ਕੇ ਅਗੰਮ ਅਗੋਚਰ ਸਰੂਪ ਨੂੰ ਬੁੱਝਦਿਆਂ ਹੋਇਆਂ, ਉਸ ਦੇ ਭੇਦ ਨੂੰ ਮਾਣਦਿਆਂ ਹੋਇਆਂ, ਸਤਿਗੁਰੂ ਕੇ ਅਥਾਹ ਜੋਤ ਸਰੂਪ ਪ੍ਰਕਾਸ਼ ਨੂੰ ਅਨੁਭਵ ਕਰਦਿਆਂ, ਜੋ ਸਿਫਤ ਸਲਾਹ ਦਾ ਉਚਾਰਨ ਸਵਈਆਂ ਦੇ ਰੂਪ ਵਿੱਚ ਕੀਤਾ ਹੈ, ਪਾਵਨ ਬਾਣੀ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸਵਈਏ ਮਹੱਲੇ ਦੂਜੇ ਕੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ। ਜਿਸ ਤਰ੍ਹਾਂ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਆਰੰਭ ਤੋਂ ਲੈ ਕੇ ਪੜ੍ਹਦੇ ਹਾਂ, ਤਾਂ ਸਾਨੂੰ ਸਭ ਨੂੰ ਇਹ ਨਿਸ਼ਚੈ ਹੀ ਪਤਾ ਹੈ ਕਿ ਬਾਣੀ ਦੀ ਜਿਹੜੀ ਤਰਤੀਬ ਆ ਉਹ ਇੱਕ ਨਿਸ਼ਚਿਤ ਕ੍ਰਮ ਅਨੁਸਾਰ ਚੱਲਦੀ ਹੈ। ਭਾਵ ਕਿ ਜਿਵੇਂ ਜਦੋਂ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਉਦੋਂ ਪਹਿਲੇ, ਦੂਸਰੇ, ਤੀਸਰੇ, ਚੌਥੇ, ਪੰਜਵੇਂ ਅਤੇ ਫਿਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਹੁੰਦੀ। ਫਿਰ ਇੰਝ ਹੀ ਉਹਨਾਂ ਦੀਆਂ ਲੜੀਵਾਰ ਵੱਡੀਆਂ ਬਾਣੀਆਂ, ਅਤੇ ਫਿਰ ਭਗਤ ਸਾਹਿਬਾਨਾਂ ਦੀ ਵੀ ਇੱਕ ਤਰਤੀਬ ਚੱਲਦੀ ਹੈ ਕਿ ਭਗਤ ਕਬੀਰ ਸਾਹਿਬ ਜੀ ਦੀ ਅਧਿਕ ਬਾਣੀ, ਇਸ ਕਰਕੇ ਉਹ ਪਹਿਲਾਂ, ਬਾਅਦ ਦੇ ਵਿੱਚ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਇਸੇ ਤਰ੍ਹਾਂ ਸਭ ਗੁਰੂ ਭਗਤ ਸਾਹਿਬਾਨਾਂ ਦੀ ਬਾਣੀ ਚੱਲਦੀ ਹੈ। ਹੁਣ ਜਦੋਂ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ ਹੈ, ਤਾਂ ਗੁਰੂ ਸਾਹਿਬ ਜੀ ਨੇ ਉਸ ਗੁਰੂ ਉਸਤਤ ਨੂੰ ਜਿਹੜਾ ਅਥਾਹ ਗਿਆਨ ਦੇ ਰੂਪ ਵਿੱਚ ਕੀਤੀ ਹੈ, ਉਹਨੂੰ ਵੀ ਇਸੇ ਤਰਤੀਬ ਕ੍ਰਮ ਦੇ ਵਿੱਚ ਰੱਖਿਆ ਹੋਇਆ ਹੈ। ਅਤੇ ਦੂਜੇ ਪਾਤਸ਼ਾਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਿਫਤ ਸਲਾਹ ਦੇ ਵਿੱਚ ਜੋ 10 ਸਵਈਆਂ ਦਾ ਉਚਾਰਨ ਭੱਟ ਕਲ ਸਹਾਰ ਜੀ ਨੇ ਕੀਤਾ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਭੱਟ ਕਲ ਸਹਾਰ ਜੀ ਦੇ 10 ਸਵਈਆਂ ਦੀ ਅਮੋਲਕ ਰਚਨਾ ਨੂੰ ਅੰਕਿਤ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਰੂਪ ਪਰਮ ਸਿਰਜਣਹਾਰ, ਜੋ ਸਾਰੇ ਬ੍ਰਹਿਮੰਡ ਅੰਦਰ ਓੰਕਾਰ ਰੂਪ ਕਰਕੇ ਸਮਾਇਆ ਹੈ, ਏਕੋ ਰੂਪ ਕਰਕੇ ਪ੍ਰਕਾਸ਼ਕ ਹੈ, ਸਤ ਸਰੂਪ ਕਰਕੇ ਵਿਦਮਾਨ ਹੈ, ਗੁਰ ਸਰੂਪ ਦੁਆਰਾ ਉਸ ਦਾ ਭੇਦ ਪ੍ਰਸਾਦ ਭਾਵ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ। ਸੋਈ ਪੁਰਖ ਧਨ ਕਰਤਾ, ਕਾਰਣ ਕਰਤਾਰ ਕਰਨ ਸਮਰਥੋ। ਭੱਟ ਕਲ ਸਹਾਰ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪਾਵਨ ਸਿਫਤ ਸਲਾਹ ਦਾ ਉਚਾਰਨ ਕਰਦਿਆਂ ਹੋਇਆਂ ਗੁਰੂ ਨਾਨਕ ਸਰੂਪ ਦਾ ਧਿਆਨ ਧਰਦਿਆਂ ਆਖਦੇ ਹਨ, ਹੇ ਸਤਿਗੁਰੂ ਗੁਰੂ ਨਾਨਕ ਅਕਾਲ ਪੁਰਖ ਸਰੂਪ ਸੋਈ ਪੁਰਖ। ਹੁਣ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਨਵਾਜ਼ਿਸ਼ ਮਿਲੀ ਹੈ ਅਤੇ ਗੁਰਤਾ ਦੇ ਸਿੰਘਾਸਣ 'ਤੇ ਬੈਠ ਕੇ ਸਾਰੀ ਕਾਇਨਾਤ ਵਿੱਚ ਉਹਨਾਂ ਦਾ ਅਪਾਰ ਜਸ ਫੈਲਿਆ ਹੈ, ਅਤੇ ਉਹਨਾਂ ਦੇ ਇਸ ਸਾਰੇ ਜੀਵਨ ਨੂੰ ਨਵਾਜ਼ਿਸ਼ ਕਰਨ ਵਾਲੇ
परम सिरजणहार परम पुरख कौन हन, यकीनन सतगुरु गुरु नानक देव साहब जी हन। इस करके भट्ट जी आखते हैं, सोई पुरख भाव के गुरु नानक अकाल पुरख करता सिरजणहार रूप। वो ऐसा करता है जिहड़ा धन है। धन का भाव किवें कि वो पहला रचना रचदा है, फिर उस रचना की संभाल भी करता है, फिर उस रचना नूं ऐसा मार्ग भी दिंदा है कि अपने परम स्वरूप दे नाल अभेद कर दिंदा। जिवें धन सतगुरु गुरु नानक देव साहब जी अकाल पुरख स्वरूप हो के प्रगटे ते माया दे रचे हुए प्रपंच विच जीवां नूं भेजिया, पर फिर आप ही गुरु रूप हो के ज्ञान दे प्रकाशक बने ते ज्ञान दे प्रकाशक नाल सगली लोकाई नूं सिखां नूं ऐसा मार्ग दिखाया कि वो मार्ग ते चलदियां गुरसिख आखिर दे विच गुरु विच ही अभेद हो के अमर अविनाशी जीवन वाले हो गए। इस करके भट्ट कल जी आखदे ने, सोई पुरख भाव धन गुरु नानक देव साहब जी धन करता सब तो वड्डे अजीम करते हन, कारण करतार। कि जो भी उन्होंने अपने जीवन का परम कारज अपनी किरपा का प्रकाश सृष्टि उपर करना हुंदा है, उहदे समर्थ मालक हन, करण समर्थो। सारी जिहड़ी समर्था उन्हां दे पास मौजूद है। सतगुरु धन नानक मस्तक तुम धरियो जिन हथो। तो गुरु अंगद देव साहब जी नूं जिहड़ी सब तो वड्डी नवाजिश इस ब्रह्मंड दे विच मिली, उहदा जिक्र भट्ट साहब जी करते हैं। सतगुरु धन नानक कि जदों अकाल पुरख स्वरूप गुरु नानक हो के सतगुरु प्रगटे ते सारी कायनात ने सतगुरु दे परम स्वरूप नूं सजदा कीता, तां भट्ट कल जी आखदे ने, हे सतगुरु गुरु अंगद देव साहब जी, तुहाडे जीवन की सब तो वड्डी धनता वो है जदों सतगुरु गुरु नानक देव साहब जी ने तुहाडे मस्तक दे उपर अपना हथ धरिया है। गुरु नानक देव साहब जी दा गुरु अंगद देव साहब जी दे सिर दे उपर उन्हां दे मस्तक उपर हथ धरन नूं भट्ट कल सहार दी सब तो वड्डा धरती दा करिश्मा देखदे हन। हुण इहदा भाव की है कि जदों गुरु नानक स्वरूप ने श्री अंगद देव साहब जी दे भाव के भाई लहणा जी दे जदों मस्तक ते हथ धरिया, तो फिर उस हथ धरन का मतलब कल्ला कोई माड़ा मोटा आशीर्वाद नहीं है। ये वो शो है कि जिवें जिहड़ा जिवें आम शो दे विच कहा जाता है कि जिहड़ा पारस है वो सोने नूं लोहा कर दिंदा है, पर अपने वर्गा नहीं करता। पर कहते जदों गुरु नानक स्वरूप मस्तक ने भाई लहणा जी दे मस्तक दे उपर हथ धरिया, तो उन्हां दे हथ धरन दा भाव यह है कि अपनी संपूर्ण कला दा समर्था दा प्रगटावा करके सतगुरु साहिब जी ने उन्हां नूं अपने परम स्वरूप बनन दी, परम स्वरूप दे विच प्रकाश करन दी महा नवाजिश कर दिती। इस करके भट्ट कल जी आखदे ने, हे सतगुरु गुरु अंगद देव साहब जी, तुहाडे जीवन की सब तो वड्डी धनता यह है कि गुरु नानक सतगुरु गुरु नानक स्वरूप ने अपना पावन हथ अपनी पावन किरपा का जो अथाह प्रवाह है वो तुहाडे सिर दे उपर हथ रख के नाजिल कीता है। ता धरियो मस्तक हथ सहज आमिओ उठो छज, सुर नर गण मुन बोहिज अगाज। तां भट्ट कल जी बख्शिश करते हैं कि केवल जिहड़ा गुरु साहब जी का मस्तक ते हथ धरना सी वो कोई सधारण गल नहीं सी। जिक्र करते हैं भट्ट कल जी, तां धरियो मस्तक हथ सहज अमिओ उठो छज। कि जदों ही गुरु नानक देव साहब जी ने तो आप जी के मस्तक के उपर अपना पावन हथ धरिया, तां अमिओ उठो सज सहज का प्रकाश। सहज का भाव कि जिहड़े जीवन की लखता अज्ञान करके भरमदी है, अज्ञान करके दूर हो जाती है। सहज का भाव जिहड़े इंद्रियां की भटकण, जिहड़ी मनुखी जीवन की बाकी सारी भटकण है, गुरु नानक दे मस्तक उपर हथ धरन दे नाल तुहाडा स्वरूप बड़ा सहज वाला हो गया कि जदों एक बारी गुरु चरनां विच आ गए
ਤੇ ਮਸਤਕ ਦੀ ਜਿਹੜੀ ਸ਼ੋਅ ਨੂੰ ਮਾਣ ਕੇ ਮੁੜ ਕੇ ਕੋਈ ਭਟਕਣ ਦਾ ਮੁਕਾਮ ਨਹੀਂ ਰਿਹਾ। ਤੇ ਕਹਿੰਦੇ ਅਮਿਓ ਵੁੱਠੋ ਛੱਜ, ਜਿਹੜੇ ਅੰਮ੍ਰਿਤ ਰਸ ਭਰਪੂਰ ਹਿਰਦੇ ਦਾ ਆਨੰਦ ਸਾਰੀ ਲੋਕਾਈ ਭਗਤੀ ਕਰਕੇ ਗਿਆਨ ਕਰਕੇ ਮਾਣਦੀ ਹੈ, ਉਹ ਕੇਵਲ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਮਸਤਕ ਉੱਪਰ ਹੱਥ ਧਰਨ ਦੇ ਨਾਲ ਹੀ ਆਪ ਜੀ ਨੂੰ ਕਿਰਪਾ ਰੂਪ ਬਖਸ਼ਿਸ਼ ਪ੍ਰਾਪਤ ਹੋਈ ਹੈ। ਸੁਰ ਨਰ ਗਣ ਮੁਨ ਬੋਹਿਜ ਆਗਾਜ, ਤੇ ਧਰਤੀ ਦੇ ਜਿੰਨੇ ਸੁਰ ਭਾਵ ਦੇਵਤੇ, ਨਰ ਭਾਵ ਮਨੁੱਖ, ਗਣ ਮੁਨ ਜਿੰਨੇ ਮੁਨੀ ਜਨ ਹਨ, ਬੋਹਿਜ ਆਗਾਜ ਤੇ ਗੁਰੂ ਨਾਨਕ ਸਰੂਪ ਪਾਸੋਂ ਮਾਣੀ ਹੋਈ ਅੰਮ੍ਰਿਤ ਸਰੂਪ ਦੀ ਬਖਸ਼ਿਸ਼, ਗਿਆਨ ਸਰੂਪ ਦਾ ਪ੍ਰਕਾਸ਼, ਕਹਿੰਦੇ ਬੋਹਿਜ ਆਗਾਜ ਤੁਹਾਡੇ ਦੁਆਰਾ ਕਿਰਪਾ ਕਰਕੇ ਸਾਰੇ ਸੰਸਾਰ ਨੂੰ ਪ੍ਰਾਪਤ ਹੋ ਗਿਆ ਹੈ। ਅੱਗੇ ਜ਼ਿਕਰ ਕਰਦੇ ਹਨ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਚ ਭੂਤ ਏਕ ਘਰ ਰਾਖ ਲੈ ਸਮਝ। ਤੇ ਭੱਟ ਕਲ ਜੀ ਬਖਸ਼ਿਸ਼, ਕਲ ਸਹਾਰ ਜੀ ਬਖਸ਼ਿਸ਼ ਕਰਦੇ ਹਨ ਕਿ ਸਭ ਤੋਂ ਵੱਡੀ ਨਿਵਾਸ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਜੀ ਦੇ ਮਸਤਕ ਉੱਪਰ ਹੱਥ ਧਰਿਆ। ਮਸਤਕ ਉੱਪਰ ਹੱਥ ਧਰਨ ਦੇ ਨਾਲ ਜੀਵਨ ਦੇ ਵਿੱਚ ਆਪ ਜੀ ਦੇ ਅੰਮ੍ਰਿਤ ਰਸ ਦਾ ਅਥਾਹ ਸੰਚਾਰ ਹੋ ਗਿਆ। ਤੇ ਫਿਰ ਉਸੇ ਅੰਮ੍ਰਿਤ ਰਸ ਦੇ ਸੰਚਾਰ ਨੂੰ ਆਪ ਜੀ ਨੇ ਬਾਣੀ ਦੇ ਨਾਲ ਸਾਰੀ ਕਾਇਨਾਤ ਨੂੰ ਬਖਸ਼ਿਸ਼ ਕੀਤਾ। ਤੇ ਅੱਗੇ ਜ਼ਿਕਰ ਕਰਦੇ ਹਨ, ਮਾਰਿਓ ਕੰਟਕ ਕਾਲ ਗਰਜ, ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲੋਂ ਸ਼ਬਦ ਦੇ ਅਖੰਡ ਜੋਤ ਪ੍ਰਕਾਸ਼ ਦੀ ਖੜਗ ਪ੍ਰਾਪਤ ਹੋ ਗਈ। ਤੇ ਕਹਿੰਦੇ ਆਪਣੇ ਇਸ ਯਤਨ ਦੇ ਨਾਲ ਮਾਰਿਓ ਕੰਟਕ ਕਾਲ ਗਰਜ, ਕਿ ਜਿਹੜਾ ਕਾਲ ਬੜਾ ਪ੍ਰਭਾਵੀ ਹੈ, ਜਿਹੜਾ ਅਗਿਆਨ ਕਰਕੇ, ਅਵਿਦਿਆ ਕਰਕੇ, ਵਕਾਰਾਂ ਕਰਕੇ, ਹੋਰ ਆਪਣੇ ਪ੍ਰਪੰਚ ਦੇ ਨਾਲ ਸਾਰੇ ਜੱਗ ਨੂੰ ਗ੍ਰਸਤ ਕਰ ਲੈਂਦਾ ਹੈ। ਭੱਟ ਕਲ ਸਹਾਰ ਜੀ ਆਖਦੇ ਨੇ, ਜਦੋਂ ਗੁਰੂ ਨਾਨਕ ਸਰੂਪ ਨੇ ਤੁਹਾਡੇ ਮਸਤਕ ਉੱਪਰ ਹੱਥ ਧਰਿਆ ਤਾਂ ਤੁਹਾਡੇ ਕੋਲੋਂ ਗਿਆਨ ਦਾ ਐਸਾ ਬਲ ਪ੍ਰਕਾਸ਼ ਹੋਇਆ ਕਿ ਜਿਹਦੇ ਸਦਕਾ ਕੰਟਕ ਕਾਲ, ਕਿ ਮਾਇਆ ਦੀ ਜਿੰਨੀ ਸਾਰੀ ਗਰਜਣਾ ਉਹਦੇ ਵਿੱਚ ਆਪ ਜੀ ਨੇ ਧਾਵਤ ਲਿਓ ਬਰਜ, ਕਿ ਆਪਣੇ ਸ਼ਬਦ ਦੀ ਅਥਾਹ ਗਰਜ ਦੇ ਨਾਲ ਪੰਚ ਭੂਤ ਵਿਕਾਰਾਂ ਦੀ ਸਾਰੀ ਧਾਵਣਾ ਨੂੰ ਵਰਜ ਲਿਆ। ਪੰਚ ਭੂਤ ਏਕ ਘਰ, ਤੇ ਪੰਜ ਵਿਕਾਰ ਜਿਹੜੇ ਸਾਰੇ ਜਗਤ ਦੀ ਭ੍ਰਮਣਾ ਦਾ ਕਾਰਨ ਬਣਦੇ ਹਨ, ਗੁਰੂ ਨਾਨਕ ਸਰੂਪ ਦੀ ਕਿਰਪਾ ਦੇ ਨਾਲ ਆਪ ਜੀ ਨੇ ਆਪਣੇ ਵੱਸ ਵਿੱਚ ਕਰਕੇ, ਅਧੀਨ ਕਰਕੇ, ਆਪਣੇ ਇੱਕ ਘਰ ਦੇ ਵਿੱਚ ਰੱਖ ਕੇ ਹੀ ਸੰਭਾਲੇ ਹਨ। ਜਗ ਜੀਤੋ ਗੁਰਦੁਆਰ, ਖੇਲ ਲਹੇ ਸੰਮਤ ਸਾਰ। ਤਾਂ ਭੱਟ ਕਲ ਸਹਾਰ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਆਪ ਜੀ ਗੁਰੂ ਦੁਆਰ ਆ ਗਏ, ਭਾਵ ਕਿ ਗੁਰੂ ਨਾਨਕ ਸ਼ਰਨ ਦੇ ਵਿੱਚੋਂ ਗਿਆਨ ਦਾ ਐਸਾ ਉਪਦੇਸ਼ ਧਾਰਨ ਕੀਤਾ। ਭੱਟ ਕਲ ਸਹਾਰ ਜੀ ਆਖਦੇ ਹਨ, ਜਗ ਜੀਤੋ ਗੁਰਦੁਆਰ, ਕਿ ਜਗਤ ਨੂੰ ਜਿੱਤਣ ਦੇ ਕਈ ਮੁਕਾਮ ਸੰਸਾਰ ਨੇ ਮੰਨੇ ਹਨ, ਪਰ ਆਪ ਜੀ ਨੇ ਗੁਰੂ ਨਾਨਕ ਅਕਾਲ ਪੁਰਖ ਦੀ ਸ਼ਰਨ ਪੈ ਕੇ ਉਹਨਾਂ ਦਾ ਬਚਨ ਜਿਉਂ ਦਾ ਤਿਉਂ ਕਮਾ ਲਿਆ। ਤੇ ਉਸ ਬਚਨ ਕਮਾਉਣ ਦੀ ਸਭ ਤੋਂ ਵੱਡੀ ਸਾਧਨਾ ਕੀ ਸੀ? ਖੇਲ ਲਹੇ ਸੰਮਤ ਸਾਰ, ਕਿ ਜਗਤ ਨੂੰ ਕਿਵੇਂ ਜਿੱਤਿਆ, ਕਿ ਸਾਰੇ ਜਗਤ ਨੂੰ ਪਹਿਲਾਂ ਸੰਮਤ ਸਾਰ ਭਾਵ ਕਿ ਸਮ ਦ੍ਰਿਸ਼ਟੀ ਕਰਕੇ ਦੇਖਿਆ। ਜਿਵੇਂ ਗੁਰੂ ਨਾਨਕ ਦੇਵ ਜੋਤ ਸਰੂਪ ਨੇ ਉਚਾਰਨ ਕੀਤਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਕਹਿਣ ਲੱਗੇ ਇਸੇ ਤਰ੍ਹਾਂ ਜਦੋਂ ਸਾਰੇ ਜਗਤ ਦੇ ਜੇਤੂ ਗੁਰੂ ਅੰਗਦ ਦੇਵ ਸਰੂਪ ਜੀ ਆਪ ਜੀ ਬਣੇ ਹੋ, ਤਾਂ ਸਭ ਤੋਂ ਪਹਿਲਾਂ ਆਪਨੇ ਖਿਲ ਲਹੇ ਸੰਮਤ ਸਾਰ ਭਾਵ ਕਿ ਸਭ ਤੋਂ ਪਹਿਲਾਂ ਸਾਰੇ ਸੰਸਾਰ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ ਦੇਖਿਆ ਹੈ। ਫਿਰ ਆਖਦੇ ਹਨ, ਰਥ ਉਨਮਨ, ਤੇ ਤੁਹਾਡੀ ਬਿਰਤੀ ਜਿਹੜੀ ਹੈ ਉਹ ਉਨਮਨੀ ਅਵਸਥਾ ਦੇ ਵਿੱਚ ਰਹਿੰਦੀ ਹੈ, ਭਾਵ ਕਿ ਧਰਤੀ ਦਾ ਪਾਪ ਦੇਖ ਕੇ ਉਹ ਕਿਸੇ ਤਰ੍ਹਾਂ ਦੀ ਕਾਹਲ ਵਿੱਚ ਨਹੀਂ ਆਉਂਦੀ, ਧਰਤੀ ਦੀ ਮਨਮੁਖਤਾ ਨੂੰ ਦੇਖ ਕੇ ਉਹ ਕਿਸੇ ਤਰ੍ਹਾਂ ਦੀ ਨਿਰਾਸ਼ਾ ਵਿੱਚ ਨਹੀਂ ਜਾਂਦੀ। ਜਦ ਧਰਤੀ 'ਤੇ ਜਿੰਨਾ ਅਗਿਆਨ ਦਾ ਦਵੰਦ ਪਸਰਿਆ ਹੈ ਉਸ ਨੂੰ ਦੇਖ ਕੇ ਆਪ ਦੇ ਸਰੂਪ ਜਿਹੜਾ ਹੈ ਕਿਸੇ ਤਰ੍ਹਾਂ ਨਾਲ ਪਰਾ ਨਹੀਂ ਹੋ ਜਾਂਦਾ, ਜਿਹੜਾ ਦੂਰ ਨਹੀਂ ਹੋ ਜਾਂਦਾ, ਸਗੋਂ ਰਥ ਉਨਮਨ, ਕਿ ਉਨਮਨੀ ਅਵਸਥਾ ਦੇ ਵਿੱਚ ਤੁਹਾਡਾ ਮਨ ਰਹਿੰਦਾ, ਭਾਵ ਕਿ ਨਿਰਲੇਪ ਰਹਿੰਦੇ ਹੋ। ਸਾਰੇ ਸੰਸਾਰ ਦੀ ਜਿਹੜੀ ਕੋਈ ਨਿੰਦਿਆ ਹੈ, ਜੋ ਪਾਪ ਹੈ, ਅਗਿਆਨ ਹੈ, ਵਿਰੋਧਤਾ ਹੈ, ਉਹ ਤੁਹਾਡੀ ਬਿਰਤੀ ਦੇ ਉੱਪਰ ਜਰਾ ਜਿੰਨਾ ਪ੍ਰਭਾਵ ਨਹੀਂ ਪਾਉਂਦੀ, ਕਿਉਂਕਿ ਲਿਵਰਾਖ ਨਿਰੰਕਾਰ ਤੁਸੀਂ ਆਪਣੀ ਜਿਹੜੀ ਸੁਰਤ ਹੈ ਗੁਰੂ ਨਾਨਕ ਚਰਨਾਂ ਦੇ ਵਿੱਚ ਸਦੀਵੀ ਤੌਰ 'ਤੇ ਜੋੜੀ ਹੋਈ ਹੈ। ਇਸ ਤਰ੍ਹਾਂ ਭੱਟ ਕਲ ਜੀ ਉਚਾਰਨ ਕਰਦੇ ਹਨ, ਕਹੋ ਕੀਰਤ ਕਲ ਸਹਾਰ
ਸਪਤ ਦੀਪ ਮਝਾਰ। ਤਾਂ ਭੱਟ ਕਲ ਸਹਾਰ ਜੀ ਆਖਦੇ ਹਨ, ਹੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਮੈਂ ਆਪ ਜੀ ਦੀ ਉਸਤਤ ਦਾ ਉਚਾਰਨ ਕਰਦਾ, ਆਪ ਜੀ ਦੀ ਪਰਮ ਕੀਰਤੀ ਦਾ ਉਚਾਰਨ ਕਰਦਾ ਹਾਂ ਕਿ ਸਪਤ ਦੀਪ ਮਝਾਰ। ਧਰਤੀ ਦੇ ਸਪਤ ਦੀਪਾਂ ਦੇ ਵਿੱਚ, ਸੱਤ ਪੁਰੀਆਂ ਦੇ 7 ਦੀਪਾਂ ਦੇ ਵਿੱਚ ਜੰਬੂ ਦੀਪ, ਸ਼ਵੇਤ ਦੀਪ, ਲਖਨ ਦੀਪ, ਇਹਨਾਂ ਸਾਰੇ ਦੀਪਾਂ ਦੇ ਵਿੱਚ ਲਹਿਣਾ ਜਗਤਰ ਗੁਰ ਪਰਸ ਮੁਰਾਰ, ਕਿ ਗੁਰੂ ਨਾਨਕ ਚਰਨ ਨੂੰ ਪਰਸ ਕੇ ਭਾਈ ਲਹਿਣਾ ਜੀ ਭਾਵ ਕਿ ਗੁਰੂ ਅੰਗਦ ਦੇਵ ਸਾਹਿਬ ਜੀ 7 ਦੀਪਾਂ ਦੇ ਵਿੱਚ ਉਹਨਾਂ ਦੀ ਕੀਰਤੀ ਫੈਲ ਰਹੀ ਹੈ ਅਤੇ ਸਾਰਾ ਜਗਤ ਉਹਨਾਂ ਨੂੰ ਵਾਹਿਗੁਰੂ ਸਰੂਪ ਜਾਣ ਕੇ ਪੂਜ ਰਿਹਾ ਹੈ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲੁਖ ਖਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦੁਆਰ। ਤਾਂ ਭੱਟ ਕਲ ਸਹਾਰ ਜੀ ਅਗਲੇ ਸਵਈਏ ਵਿੱਚ ਬਖਸ਼ਿਸ਼ ਕਰਦੇ ਹਨ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪਰਮ ਮਹਿਮਾ ਦਾ ਉਚਾਰਨ ਕਰਦੇ ਹਨ, ਜ਼ਿਕਰ ਕਰਦੇ ਹਨ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਦੀ ਦ੍ਰਿਸ਼ਟੀ ਦੇ ਵਿੱਚ ਐਸੀ ਅੰਮ੍ਰਿਤ ਦੀ ਧਾਰ ਵਗਦੀ ਹੈ। ਅੰਮ੍ਰਿਤ ਦੀ ਧਾਰ ਦਾ ਭਾਵ ਜਦੋਂ ਅਸੀਂ ਗੁਰੂ ਜੀਵਨ ਦੇ ਕੌਤਕਾਂ ਨੂੰ ਦੇਖਦੇ ਹਾਂ, ਕਹਿੰਦੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਅੰਮ੍ਰਿਤ ਵੇਲੇ ਆਪਣੇ ਧਿਆਨ ਸਰੂਪ ਦੀ ਸਮਾਧੀ ਰੂਪ ਹੋ ਕੇ ਇਕਾਗਰ ਹੋ ਕੇ ਬੈਠ ਜਾਂਦੇ ਸਨ, ਫਿਰ ਆਪਣੇ ਨੇਮ ਦੀ ਸਾਧਨਾ ਵਿੱਚ ਉੱਠਣ ਤੋਂ ਬਾਅਦ ਜਦੋਂ ਬਾਹਰ ਆਉਂਦੇ ਸਨ ਅਤੇ ਜਿੰਨੇ ਮਨੁੱਖ ਉਹਨਾਂ ਦੀ ਦ੍ਰਿਸ਼ਟੀ ਜਿੰਨੇ ਮਨੁੱਖਾਂ 'ਤੇ ਪੈਂਦੀ ਸੀ, ਸਾਰੇ ਕਹਿੰਦੇ ਰੋਗਾਂ ਤੋਂ ਮੁਕਤ ਹੋ ਜਾਂਦੇ ਸਨ। ਇਸ ਕਰਕੇ ਭੱਟ ਕਲ ਸਹਾਰ ਜੀ ਆਖਦੇ ਹਨ, ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਿ ਜੋ ਆਪ ਜੀ ਦੀ ਪਾਵਨ ਦ੍ਰਿਸ਼ਟੀ ਜਿਹਦੇ ਵਿੱਚ ਪੂਰੇ ਅੰਮ੍ਰਿਤ ਦਾ ਪ੍ਰਵਾਹ ਹੈ। ਅੰਮ੍ਰਿਤ ਦਾ ਭਾਵ ਜੇ ਕਿਸੇ ਅਗਿਆਨੀ ਦੇ ਉੱਪਰ ਆਪ ਜੀ ਦ੍ਰਿਸ਼ਟੀ ਪੈ ਗਈ, ਉਹ ਗਿਆਨ ਵਾਲਾ ਹੋ ਜਾਂਦਾ ਹੈ। ਜੇ ਕਿਸੇ ਵਿਕਾਰੀ ਦੇ ਉੱਪਰ ਦ੍ਰਿਸ਼ਟੀ ਪੈ ਗਈ ਤੇ ਤੁਹਾਡੀ ਦ੍ਰਿਸ਼ਟੀ ਦੇ ਨਾਲ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਜੇ ਕਿਸੇ ਭਗਤ ਦੇ ਉੱਪਰ ਦ੍ਰਿਸ਼ਟੀ ਪੈ ਗਈ ਤੇ ਉਹਦਾ ਚਿੱਤ ਸਦੀਵੀ ਤੌਰ 'ਤੇ ਆਪ ਜੀ ਦੇ ਪਰਮ ਸਰੂਪ ਨਾਲ ਜੁੜ ਜਾਂਦਾ। ਕਹਿੰਦੇ ਆਪ ਜੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਦੀ ਧਾਰ ਵਗਦੀ ਹੈ, ਜਿਹੜੀ ਕਾਲਖ ਖਨ ਉਤਾਰ, ਅਤੇ ਜੀਵਾਂ ਦੇ ਹਿਰਦੇ ਅੰਦਰ ਬਣੀ ਹੋਈ ਕਾਲਖ ਨੂੰ, ਮਾਇਆ ਦੇ ਮੈਲ ਨੂੰ ਇੱਕ ਖਿੰਨ ਵਿੱਚ ਉਤਾਰ ਦਿੰਦੀ ਹੈ। ਤਿਮਰ ਅਗਿਆਨ ਜਾਹੇ, ਅਤੇ ਅਗਿਆਨਤਾ ਵਿਦਿਆ ਕਰਕੇ ਬਣਿਆ ਹੋਇਆ ਜਿਹੜਾ ਗੂੜਾ ਅੰਧਕਾਰ ਹੈ, ਜਿਹਦੇ ਕਰਕੇ ਜੀਵ ਨੂੰ ਨਾ ਤਾਂ ਨਿਰਮਲ ਕਰਮਾਂ ਦੀ ਸੋਝੀ ਆਉਂਦੀ ਹੈ, ਨਾ ਹੀ ਉਹਨੂੰ ਸਤ ਸਰੂਪ ਦਾ ਪਤਾ ਲੱਗਦਾ ਹੈ। ਤਾਂ ਭੱਟ ਕਲ ਸਹਾਰ ਜੀ ਆਖਦੇ ਹਨ, ਤੁਹਾਡੀ ਦ੍ਰਿਸ਼ਟੀ ਵਿੱਚ ਐਸਾ ਅੰਮ੍ਰਿਤ ਵਰਸਦਾ ਹੈ ਕਿ ਸਾਰਿਆਂ ਜੀਵਾਂ ਦੇ ਮਨਾਂ ਦੀ ਕਾਲਖ ਉਤਰ ਜਾਂਦੀ ਹੈ, ਸਾਰਿਆਂ ਦੇ ਅਗਿਆਨ ਦੇ ਹਨੇਰੇ ਦਾ ਨਾਸ਼ ਹੋ ਜਾਂਦਾ ਹੈ। ਜਾਹੇ ਦਰਸ ਦੁਆਰ, ਜੋ ਇੱਕ ਦਫਾ ਤੁਹਾਡੇ ਦੁਆਰ 'ਤੇ ਜਾ ਕੇ ਤੁਹਾਡੇ ਦਰਸ਼ ਦੇ ਭਾਵ ਨੂੰ ਆਪਣੇ ਮਨ ਅੰਦਰ ਵਸਾਉਂਦੇ ਹਨ। ਓਏ ਜੋ ਸੇਵਹਿ ਸ਼ਬਦ ਸਾਰ, ਗਾਖੜੀ ਬਿਖਮਕਾਰ, ਤੇ ਨਰ ਭਵ ਉਤਾਰ, ਕੀਏ ਨਿਰਭਾਰ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਓਏ ਜੋ ਸੇਵਹਿ ਸ਼ਬਦ ਸਾਰ, ਕਿ ਜਿਨ੍ਹਾਂ ਨੇ ਆਪ ਜੀ ਪਾਸੋਂ ਸ਼ਬਦ ਦਾ ਉਪਦੇਸ਼ ਪ੍ਰਾਪਤ ਕਰਕੇ ਸ਼ਬਦ ਦੀ ਸਾਰ ਨੂੰ ਜਾਣਨਾ ਚਾਹਿਆ, ਫਿਰ ਉਸ ਸ਼ਬਦ ਦੀ ਸਾਰ ਨੂੰ ਆਪ ਜੀ ਨੇ ਬਿਖਮਕਾਰ ਦੇ ਨਾਲ ਉਹਨਾਂ ਨੂੰ ਸਮਝਾਇਆ। ਭਾਵ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਆ ਗਏ, ਹੁਣ ਉਹਨਾਂ ਦੇ ਸ਼ਬਦ ਦੇ ਭੇਦ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਿਰਪਾ ਨੂੰ ਮੰਨਣਾ ਹੈ, ਤਾਂ ਫਿਰ ਗਾਖੜੀ ਬਿਖਮਕਾਰ, ਕਿ ਵਡੇਰੀ ਉਮਰ ਦੇ ਬਾਵਜੂਦ ਵੀ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਦਿਆਂ ਰੋਜ਼ਾਨਾ ਕਈ ਕੋਹ ਚੱਲ ਕੇ ਜਲ ਲਿਆਉਣਾ, ਇਸ਼ਨਾਨ ਕਰਨਾ, ਸਾਰਾ ਦਿਨ ਸੇਵਾ ਕਰਦਿਆਂ ਹੋਇਆਂ ਜੁੱਟੇ ਰਹਿਣਾ ਤੇ ਨਾਲ ਸ਼ਬਦ ਦਾ ਆਧਾਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਤਾਂ ਭੱਟ ਕਲ ਸਹਾਰ ਜੀ ਆਖਦੇ ਹਨ ਕਿ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਸ਼ਬਦ ਦਾ ਪਰਮ ਸਾਰ ਸਮਝਾਉਣ ਦੇ ਲਈ ਜਿਹੜੇ ਆਪ ਜੀ ਆਪਣੇ ਸਿੱਖਾਂ ਨੂੰ ਗਾਖੜੀ ਬੜੀ ਬਿਖਮਕਾਰ ਦੱਸਦੇ ਹੋ, ਜਦੋਂ ਗਾਖੜੀ ਬਿਖਮਕਾਰ ਵਿੱਚੋਂ ਗੁਜ਼ਰਦੇ ਹਨ ਤਾਂ ਫਿਰ ਆਪ ਜੀ ਦੀ ਕਿਰਪਾ ਉਹਨਾਂ 'ਤੇ ਹੁੰਦੀ ਹੈ। ਨਰ ਭਵ ਉਤਾਰ, ਭਵਜਲ ਸੰਸਾਰ ਸਮੁੰਦਰ ਤੋਂ ਉਹਨਾਂ ਦਾ ਉਤਾਰਾ ਕਰ ਦਿੰਦੇ ਹੋ। ਕੀਏ ਨਿਰਭਾਰ, ਅਤੇ ਤੁਹਾਡੀ ਕਿਰਪਾ ਦੇ ਨਾਲ ਜਿਹੜੇ ਉਹਨਾਂ ਦੇ ਬਾਕੀ ਜੀਵਨ ਦਾ ਭਾਰ ਹੁੰਦਾ ਹੈ, ਭਾਵ ਕਿ ਅਸਾਧ ਕਰਮਾਂ ਕਰਕੇ
ਉਹ ਸਾਰਾ ਦੂਰ ਕਰ ਦਿੰਦੇ ਹੋ। ਸਤ ਸੰਗਤ ਸਹਿਜ ਸਾਰ, ਜਾਗੀ ਲੈ ਗੁਰ ਵਿਚਾਰ। ਨਿਮਰੀ ਭੂਤ ਸਦੀਵ ਪਰਮ ਪਿਆਰ। ਤਾਂ ਬਖਸ਼ਿਸ਼ ਕਰਦੇ ਹਨ ਭੱਟ ਜੀ ਸਤ ਸੰਗਤ ਸਹਿਜ ਸਾਰ, ਕਿ ਆਪ ਜੀ ਨੇ ਸਾਰੇ ਸੰਸਾਰ ਨੂੰ ਸਹਿਜ ਦਾ ਮਾਰਗ ਦਿਖਾਉਣਾ ਹੈ, ਸਾਰੇ ਸੰਸਾਰ ਨੂੰ ਸਹਿਜ ਦੀ ਬਖਸ਼ਿਸ਼ ਕਰਨੀ ਹੈ। ਸਹਿਜ ਦਾ ਭਾਵ ਕੀ ਹੈ ਕਿ ਗੁਰੂ ਨਾਨਕ ਕਲਯੁੱਗ ਦੇ ਵਿੱਚ ਪ੍ਰਗਟੇ ਹਨ, ਗੁਰੂ ਅਕਾਲ ਪੁਰਖ ਪ੍ਰਮਾਣ ਹੋ ਕੇ। ਅਤੇ ਕਲਯੁੱਗ ਦੀ ਹਾਲਤ ਕੀ ਹੈ ਕਿ ਇਸ ਯੁੱਗ ਦੇ ਵਿੱਚ ਧਰਮ ਦਾ ਇੱਕੋ ਪੈਰ ਰਹਿ ਗਿਆ ਹੈ, ਭਾਵ ਕਿ ਧਰਮ ਬਿਲਕੁਲ ਆਪਣੀ ਪਤਲੀ ਹਾਲਤ ਦੇ ਉੱਪਰ ਪਹੁੰਚ ਗਿਆ ਹੈ। ਅਤੇ ਕਲਯੁੱਗ ਦੇ ਇਸ ਦਾ ਭਾਵ ਕਿ ਹਰੇਕ ਜੀਵ ਦਾ ਹਿਰਦਾ ਵਿਕਾਰਾਂ ਨੇ ਮਲੀਨ ਕੀਤਾ ਹੈ। ਮਾਇਆ ਦੇ ਪ੍ਰਪੰਚ ਨੇ ਹਰੇਕ ਨੂੰ ਐਸਾ ਮੋਹਿਆ ਹੋਇਆ ਕਿ ਕਿਸੇ ਨੂੰ ਆਪਣੇ ਜੀਵਨ ਦਾ ਮਨੋਰਥ ਨਹੀਂ ਪਤਾ। ਅਤੇ ਜਿਹੜਾ ਧਰਮ ਦਾ ਵੀ ਪ੍ਰਵਾਹ ਮਿਲਦਾ ਹੈ ਉਹ ਇੰਨਾ ਜ਼ਿਆਦਾ ਦੁਬਿਧਾ ਭਰਿਆ, ਪਖੰਡ ਭਰਿਆ ਹੈ ਕਿ ਜੀਵ ਨੂੰ ਧਰਮ ਦੇ ਵਿੱਚੋਂ ਵੀ ਕੋਈ ਸੱਤ ਤੱਤ ਪ੍ਰਾਪਤ ਨਹੀਂ ਹੋ ਰਿਹਾ ਕਲਯੁੱਗ ਦੇ ਵਿੱਚ। ਤਾਂ ਭੱਟ ਕਲ ਸਹਾਰ ਜੀ ਆਖਦੇ ਹਨ, ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਦੀ ਸਤ ਸੰਗਤ ਦੇ ਵਿੱਚ ਜਦੋਂ ਜੀਵ ਆ ਕੇ ਜੁੜਦੇ ਹਨ ਅਤੇ ਉਹ ਸਹਿਜ ਦੀ ਸਾਰ ਜਾਣਦੇ ਹਨ, ਭਾਵ ਕਿ ਉਹਨਾਂ ਨੂੰ ਮਾਇਆ ਦੇ ਪ੍ਰਪੰਚ ਤੋਂ ਹਟਣ ਦਾ, ਅਗਿਆਨ ਨੂੰ ਹਰਨ ਦਾ ਅਤੇ ਗਿਆਨ ਦੇ ਪ੍ਰਕਾਸ਼ ਦਾ ਭੇਦ ਪਤਾ ਲੱਗਦਾ, ਜਿਸ ਨਾਲ ਉਹਨਾਂ ਦੇ ਜੀਵਨ 'ਚ ਠਹਿਰਾਓ ਆਉਂਦਾ ਹੈ। ਜਾਗੀ ਲੈ ਗੁਰ ਵਿਚਾਰ। ਅਤੇ ਜਦੋਂ ਫਿਰ ਜਿਹੜੀ ਸੰਗਤ ਹੈ, ਜਦੋਂ ਤੁਹਾਡੇ ਪਾਸੋਂ ਗੁਰ ਸ਼ਬਦ ਦੀ ਵਿਚਾਰ ਸੁਣਦੀ ਹੈ ਤਾਂ ਜਾਗੀ ਲੈ, ਸਾਰਿਆਂ ਦੇ ਮਸਤਕ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਤੇ ਜਦੋਂ ਗਿਆਨ ਦੇ ਪ੍ਰਕਾਸ਼ ਨਾਲ ਸਾਰੀ ਕਾਇਨਾਤ ਅਮਲ ਕਰਦੀ ਹੈ, ਨਿਮਰੀ ਭੂਤ ਸਦੀਵ, ਅਤੇ ਸਦੀਵੀ ਤੌਰ 'ਤੇ ਉਹਨਾਂ ਦੇ ਹਿਰਦੇ ਵਿੱਚ ਨਿਮਰਤਾ ਦਾ ਵਾਸ ਹੋ ਜਾਂਦਾ ਹੈ। ਪਰਮ ਪਿਆਰ ਅਤੇ ਗੁਰੂ ਸ਼ਬਦ ਦੇ ਨਾਲ ਪਰਮ ਪਿਆਰ ਦਾ ਪ੍ਰਵਾਹ ਆਪ ਜੀ ਜੋੜ ਦਿੰਦੇ ਹੋ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਤਾਂ ਭੱਟ ਕਲ ਸਹਾਰ ਜੀ ਬਖਸ਼ਿਸ਼ ਕਰਦੇ ਹਨ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਦੀ ਕੀਰਤੀ ਦਾ ਉਚਾਰਨ ਕਰਦਾ ਹਾਂ। ਸੱਤਾਂ ਦੀਪਾਂ ਦੇ ਵਿੱਚ ਆਪ ਜੀ ਦੇ ਸਰੂਪ ਦੀ ਉਸਤਤ ਹੋ ਰਹੀ ਹੈ। ਆਪ ਜੀ ਦੇ ਸਰੂਪ ਦੀ ਉਸਤਤ ਨੂੰ ਸੱਤ ਦੀਪ ਗਾਇਨ ਕਰ ਰਹੇ ਹਨ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਅਤੇ ਸਾਰੇ ਜਗਤ ਦੇ ਵਿੱਚ ਗੁਰੂ ਨਾਨਕ ਚਰਨਾਂ ਨੂੰ ਪਰਸ ਕੇ ਤੁਹਾਡੀ ਮਹਿਮਾ ਏਡੀ ਵੱਡੀ ਹੋ ਗਈ ਹੈ ਕਿ ਹੁਣ ਸਾਰੀ ਕਾਇਨਾਤ ਤੁਹਾਡੇ ਚਰਨਾਂ ਨੂੰ ਪਰਸ ਕੇ ਵਾਹਿਗੁਰੂ ਸਰੂਪ ਪੂਜ ਕੇ ਨਿਹਾਲ ਹੋ ਰਹੀ ਹੈ। ਤੈ ਤਉ ਦ੍ਰਿੜਿਓ ਨਾਮ ਅਪਾਰ, ਬਿਮਲ ਜਾਸ ਬਿਥਾਰ। ਸਾਧਕ ਸਿੱਧ ਸੁਜਨ ਜੀਆ ਕੋ ਆਧਾਰ। ਤਾਂ ਭੱਟ ਕਲ ਸਹਾਰ ਜੀ ਤੀਜੇ ਸਵਈਏ ਵਿੱਚ ਉਚਾਰਨ ਕਰਦੇ ਹਨ ਕਿ ਜਦੋਂ ਗੁਰੂ ਨਾਨਕ ਸਰੂਪ ਦੀ ਆਪ ਦੀ ਸ਼ਰਨ ਆਏ ਤਾਂ ਉਹਨਾਂ ਪਾਸ ਆ ਕੇ ਆਪ ਜੀ ਨੇ ਵੱਡੀ ਵੱਡੀ ਘਾਲਣਾ ਕੀਤੀ। ਆਖਦੇ ਹਨ, ਤੈ ਤਉ ਦ੍ਰਿੜਿਓ ਨਾਮ ਅਪਾਰ, ਕਿ ਜਿਹੜੇ ਆਪ ਜੀ ਦੀ ਮੁਬਾਰਕ ਸ਼ਰਨ ਪੜ ਗਏ ਹਨ ਉਹਨਾਂ ਨੇ ਨਾਮ ਦਾ ਭਾਵ ਦ੍ਰਿੜ ਕੀਤਾ। ਨਾਮ ਦਾ ਭਾਵ ਕਿ ਜਦੋਂ ਜੀਵ ਨੇ ਆਪਣੇ ਸੱਤ ਸਰੂਪ ਨੂੰ ਜਾਣਨਾ ਹੁੰਦਾ ਹੈ ਅਤੇ ਆਪਣੇ ਸੱਤ ਸਰੂਪ ਨੂੰ ਜਾਣਨ ਦੇ ਲਈ ਉਹਨੂੰ ਇੱਕ ਨਾਮ ਦਾ ਅਭਿਆਸ ਚਾਹੀਦਾ। ਅਤੇ ਨਾਮ ਦਾ ਅਭਿਆਸ ਕੀ ਹੈ ਕਿ ਉਹਨੂੰ ਆਪ ਜੀ ਗੁਰ ਸ਼ਬਦ ਦੇ ਆਧਾਰ ਨਾਲ, ਬਾਣੀ ਦੇ ਨਾਲ ਐਸੀ ਸੋਝੀ ਦਿੰਦੇ ਹੋ ਜਿਹਦੇ ਕਰਕੇ ਪਹਿਲਾਂ ਉਹਨੂੰ ਆਪਣੇ ਮਨ ਦੇ ਅਗਿਆਨੀ ਹਾਲਤ ਦਾ ਪਤਾ ਲੱਗਦਾ ਹੈ। ਜਦੋਂ ਮਨ ਦੀ ਅਗਿਆਨੀ ਹਾਲਤ ਦਾ ਪਤਾ ਲੱਗ ਜਾਂਦਾ ਹੈ ਫਿਰ ਆਪ ਜੀ ਉਹਨੂੰ ਅੰਮ੍ਰਿਤ ਰੂਪ ਉਪਦੇਸ਼ ਦਿੰਦੇ ਹੋ। ਜਦ ਅੰਮ੍ਰਿਤ ਰੂਪ ਉਪਦੇਸ਼ ਉਹ ਦ੍ਰਿੜ ਕਰ ਲੈਂਦਾ ਹੈ ਤਾਂ ਫਿਰ ਉਹਦੇ ਹਿਰਦੇ ਵਿੱਚ ਨਾਮ ਅਪਾਰ ਦਾ ਵਾਸ ਹੋ ਜਾਂਦਾ, ਭਾਵ ਕਿ ਉਹਨੂੰ ਸੋਝੀ ਹੋ ਜਾਂਦੀ ਹੈ ਕਿ ਸਰੀਰ ਵੀ ਨਾਸ਼ਵਾਨ ਹੈ, ਜਗਤ ਵੀ ਨਾਸ਼ਵਾਨ ਹੈ, ਪਰ ਆਪਣੀ ਰਸਨਾ ਦੇ ਨਾਲ ਕੀਤੀ ਹੋਈ ਆਰਾਧਨਾ ਕਰਕੇ, ਗਿਆਨ ਦੀ ਵਿਚਾਰ ਕਰਕੇ ਜੋ ਆਪਣੇ ਸੱਤ ਸਰੂਪ ਨੂੰ ਪਹਿਚਾਣ ਲਿਆ ਹੈ ਉਹ ਕਦੀ ਨਾਸ਼ਵਾਨ। ਇਸ ਕਰਕੇ ਆਖਦੇ ਹਨ ਭੱਟ ਕਲ ਸਹਾਰ ਜੀ, ਤੈ ਤਉ ਦ੍ਰਿੜਿਓ ਨਾਮ ਅਪਾਰ। ਆਪ ਜੀ ਨੇ ਐਸੇ ਅਪਾਰ ਨਾਮ ਨੂੰ ਆਪਣੇ ਅੰਦਰ ਦ੍ਰਿੜ ਕੀਤਾ ਹੈ। ਕਿਵੇਂ? ਹੁਣ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੇ ਉੱਪਰ ਆਸੀਨ ਕੀਤਾ ਤਾਂ ਸਭ ਤੋਂ ਵੱਡੀ ਉਹਨਾਂ ਦੇ ਸਾਹਮਣੇ ਜਿਹੜੀ ਜਗਤ ਕਲਿਆਣ ਦਾ ਪ੍ਰਮੁੱਖ ਕਾਰਜ ਸੀ ਕਿ ਇਸ ਪੰਥ ਨੂੰ ਗ੍ਰਸਤੀਆਂ ਦਾ ਪੰਥ ਬਣਾ ਕੇ ਰੱਖਣਾ ਹੈ।
ਤੇ ਗ੍ਰਸਤ ਦਾ ਇੱਕ ਸਿਲਸਿਲਾ ਕੀ ਹੈ ਕਿ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਬੰਦਾ ਪੂਰੀ ਤਰ੍ਹਾਂ ਭਗਤੀ ਮਾਰਗ 'ਤੇ ਨਹੀਂ ਚੱਲ ਸਕਦਾ। ਇਹ ਗ੍ਰਸਤ ਦੀ ਇੱਕ ਜਿਹੜੀ ਹੈ ਸੀਮਾ ਹੈ, ਕਿਉਂਕਿ ਪਰਿਵਾਰਕ ਜਿਹੜੇ ਝਮੇਲੇ ਹਨ ਕਦੇ ਉਹਦੀ ਸੁਰਤ ਨੂੰ ਮੋਹ ਦੇ ਵਿੱਚੋਂ, ਧਾਵਨਾ ਦੇ ਵਿੱਚੋਂ ਨਿਕਲ ਨਹੀਂ ਦਿੰਦੇ। ਤਾਂ ਭੱਟ ਕਲਸਹਾਰ ਜੀ ਆਖਦੇ ਹਨ, ਤੈ ਤੋ ਦ੍ਰਿੜਿਓ ਨਾਮ ਅਪਾਰ। ਗੁਰੂ ਨਾਨਕ ਸਾਹਿਬ ਜੀ ਪਾਸ ਰਹਿ ਕੇ ਆਪ ਜੀ ਨੇ ਨਾਮ ਨੂੰ ਇਸ ਤਰ੍ਹਾਂ ਦ੍ਰਿੜ ਕੀਤਾ, ਭਾਵ ਕਿ ਗ੍ਰਸਤੀਆਂ ਨੂੰ ਜਿਹੜਾ ਸ਼ੁਭ ਮਾਰਗ ਦਿਖਾਲਣਾ ਸੀ ਉਹਦੀ ਸਮਰੱਥਾ ਅਪਾਰ ਤੁਹਾਡੇ ਕੋਲ ਸੀ। ਬਿਮਲ ਜਾਸ ਬਿਥਾਰ। ਜਦੋਂ ਆਪ ਜੀ ਨੇ ਗ੍ਰਸਤ ਵਿੱਚ ਰਹਿ ਕੇ ਉਸ ਸਾਰੇ ਮਰਮ ਨੂੰ ਪਾਲਿਆ ਤਾਂ ਫਿਰ ਸਾਰਾ ਸੰਸਾਰ ਇਹ ਜਾਣ ਗਿਆ ਕਿ ਆਪ ਜੀ ਦੀ ਜਿਹੜੀ ਬੁੱਧ ਹੈ ਉਸ ਨਿਰਮਲ ਬੁੱਧ ਦਾ ਬੜਾ ਵਿਥਾਰ ਹੋਇਆ, ਜਿਹੜੀ ਸਾਧਕ ਸਿੱਧ ਸੁਜਨ ਜੀਆ ਕੋ ਆਧਾਰ। ਜਿਹੜਾ ਆਪ ਜੀ ਦਾ ਪਵਿੱਤਰ ਜੀਵਨ ਸਾਰੇ ਸਾਧਕ ਲੋਕਾਂ ਦਾ ਜ਼ਿਕਰ ਕਰਦੇ ਹਨ, ਸਿੱਧ ਲੋਕਾਂ ਦਾ ਸੁਜਨ ਜੀਆਂ ਕੋ ਆਧਾਰ। ਜਦੋਂ ਜਾਣਿਆ ਕਿ ਗੁਰੂ ਨਾਨਕ ਜੋਤ ਅਕਾਲ ਪੁਰਖ ਜਦੋਂ ਗ੍ਰਸਤ ਵਿੱਚ ਪ੍ਰਗਟੀ, ਤਾਂ ਉਸ ਗ੍ਰਸਤ ਵਿੱਚ ਪ੍ਰਗਟਣ ਤੋਂ ਬਾਅਦ ਜਦੋਂ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕਰਕੇ ਗੁਰੂ ਅੰਗਦ ਦੇਵ ਸਰੂਪ ਬਣਾਇਆ, ਅਤੇ ਜਿਨ੍ਹਾਂ ਨੇ ਗ੍ਰਸਤੀ ਹੋ ਕੇ ਗੁਰੂ ਨਾਨਕ ਸਰੂਪ ਦੇ ਵਿੱਚ ਅਭੇਦ ਹੋ ਗਏ ਹਨ, ਅਸੀਂ ਕਿਉਂ ਨਹੀਂ ਹੋ ਸਕਦੇ? ਤਾਂ ਕਹਿੰਦੇ ਇਸ ਤਰ੍ਹਾਂ ਆਪ ਜੀ ਨੇ ਨਾਮ ਦ੍ਰਿੜ ਕਰਕੇ ਸਾਰੇ ਜਗਤ ਨੂੰ ਗੁਰੂ ਨਾਨਕ ਦੀ ਬਖਸ਼ਿਸ਼ ਦੇ ਨਾਲ ਜੋੜਨ ਦਾ ਵੱਡਾ ਕਾਰਜ ਕੀਤਾ। ਇਸ ਕਰਕੇ ਆਖਦੇ ਹਨ, ਤੂੰ ਤਾਂ ਜਨਕ ਰਾਜਾ ਔਜ਼ਾਰ, ਸ਼ਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ। ਤਾਂ ਭੱਟ ਕਲਸਹਾਰ ਜੀ ਉਚਾਰਨ ਕਰਦੇ ਹਨ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਜਿਵੇਂ ਜਿਹੜਾ ਜਨਕ ਰਾਜਾ ਰਾਜ ਸਿੰਘਾਸਣ 'ਤੇ ਬੈਠ ਕੇ ਪ੍ਰਤਿਭਾ ਦੀ ਵਾਸਨਾ ਤੋਂ, ਅਹੰਕਾਰ ਤੋਂ, ਸਭ ਤਰ੍ਹਾਂ ਤੋਂ ਨਿਰਲੇਪ ਰਿਹਾ ਸੀ, ਉਵੇਂ ਹੀ ਆਪ ਜੀ ਜਨਕ ਦਾ ਅਵਤਾਰ, ਭਾਵ ਕਿ ਜਿਵੇਂ ਪਹਿਲੇ ਸਵਈਆਂ ਦੇ ਵਿੱਚ ਭੱਟ ਸਾਹਿਬਾਨਾਂ ਨੇ ਉਚਾਰਨ ਕੀਤਾ ਸੀ, ਗਾਵੇ ਜਨਕਾਦ। ਇਸ ਕਰਕੇ ਇੱਥੇ ਤੂੰ ਤਾਂ ਜਨਕ ਰਾਜਾ ਅਵਤਾਰ ਦਾ ਭਾਵ ਹੈ ਕਿ ਜਿਹੜੇ ਜਨਕ ਵਰਗੇ ਅਵਤਾਰ ਹਨ ਉਹ ਵੀ ਗੁਰੂ ਅੰਗਦ ਦੇਵ ਸਾਹਿਬ ਜਦੋਂ ਆਪ ਜੀ ਦੇ ਜੀਵਨ ਦੀ ਕਲਾ ਨੂੰ ਦੇਖਦੇ ਹਨ ਕਿ ਗ੍ਰਸਤ ਵਿੱਚ ਰਹਿ ਕੇ, ਨਿਰਲੇਪ ਰਹਿ ਕੇ, ਨਿਰਵਾਣ ਰਹਿ ਕੇ, ਸ਼ਬਦ ਸੰਸਾਰ ਸਾਰ, ਕਿ ਸਾਰੇ ਸੰਸਾਰ ਨੂੰ ਸ਼ਬਦ ਦਾ ਨਿਰਮਲ ਮਾਰਗ ਦਿਖਾਇਆ ਹੈ, ਅਤੇ ਤੁਹਾਡੀ ਜਿਹੜੀ ਨਿਰਮਲ ਸ਼ਖਸੀਅਤ ਹੈ ਰਹੇ ਜਗਤਰ, ਅਤੇ ਉਹ ਜਗਤ ਵਿੱਚ ਇਉਂ ਰਹਿੰਦੀ ਹੈ ਜਲ ਪਦਮ ਵਿਚਾਰ। ਜਿਵੇਂ ਜਿਹੜਾ ਕਮਲ ਹੈ ਉਹ ਚਿੱਕੜ ਦੇ ਵਿੱਚ ਨਿਰਲੇਪ ਰਹਿੰਦਾ, ਇਸ ਤਰ੍ਹਾਂ ਤੁਹਾਡੇ ਜੀਵਨ ਦੀ ਜਿਹੜੀ ਨਿਰਲੇਪਤਾ ਹੈ। ਹੁਣ ਇਸ ਨਿਰਲੇਪਤਾ ਦਾ ਭਾਵ ਕੀ ਹੈ ਵੀ ਸਮਝਣਾ ਜ਼ਰੂਰੀ ਹੈ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਜੋਤ ਥਾਪਿਆ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਤੁਸੀਂ ਖਡੂਰ ਸਾਹਿਬ ਜਾ ਕੇ ਆਪਣਾ ਵਾਸ ਰੱਖੋ। ਗੁਰੂ ਨਾਨਕ ਸਰੂਪ ਥਾਪੇ ਹੋਣ ਦੇ ਬਾਵਜੂਦ ਵੀ ਜਗਤ ਦੇ ਵਿੱਚ ਨਿਰਲੇਪਤਾ ਕਿਵੇਂ ਹੁੰਦੀ ਹੈ? ਗੁਰਿਆਈ ਦਾ ਸਿੰਘਾਸਣ ਮਿਲਣ ਤੋਂ ਬਾਵਜੂਦ ਵੀ ਉਹਨਾਂ ਨੇ ਜਰਾ ਜਿੰਨਾ ਵੀ ਆਪਣੇ ਆਪ ਨੂੰ ਨਹੀਂ ਜਣਾਇਆ ਅਤੇ ਖਡੂਰ ਸਾਹਿਬ ਆਣ ਕੇ ਬੈਠ ਗਏ। ਫਿਰ ਥੋੜ੍ਹਾ ਸਮਾਂ ਜਦੋਂ ਖਡੂਰ ਸਾਹਿਬ ਵਿਖੇ ਹੌਲੀ ਹੌਲੀ ਉਹਨਾਂ ਦੀ ਕੀਰਤੀ ਪ੍ਰਗਟ ਹੋ ਗਈ ਤਾਂ ਜਿਹੜੇ ਉਸ ਨਗਰ ਦੇ ਲੋਕ ਸਨ, ਜਿਹੜਾ ਇੱਕ ਤਪਾ ਰਹਿੰਦਾ ਸੀ, ਉਹ ਤਪਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਲ ਈਰਖਾ ਕਰਦਾ ਸੀ, ਅਤੇ ਮੀਂਹ ਨਾ ਪੈਣ ਕਰਕੇ ਉਹਨੇ ਕਹਿ ਦਿੱਤਾ ਕਿ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਗ੍ਰਸਤੀ ਹੋ ਕੇ ਗੁਰੂ ਬਣ ਬੈਠੇ ਹਨ, ਇਸ ਕਰਕੇ ਪਾਪ ਵੱਧ ਗਿਆ, ਤਾਂ ਕਰਕੇ ਮੀਂਹ ਨਹੀਂ ਪੈ ਰਿਹਾ, ਇਸ ਕਰਕੇ ਇਹਨਾਂ ਨੂੰ ਨਗਰ ਤੋਂ ਕੱਢ ਦਿਓ। ਉਹ ਸਾਰੇ ਨਗਰ ਦੇ ਚੌਧਰੀ ਮਤਲਬ ਮੁੱਖ ਬੰਦੇ ਇਕੱਠੇ ਹੋ ਕੇ ਆਏ ਅਤੇ ਕਹਿਣ ਲੱਗੇ, ਤੁਹਾਡੇ ਕਰਕੇ ਸਾਡੇ ਨਗਰ 'ਚ ਬਾਰਿਸ਼ ਨਹੀਂ ਹੁੰਦੀ, ਕਿਰਪਾ ਕਰਕੇ ਇੱਥੋਂ ਚਲੇ ਜਾਓ। ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਹੁਣ ਗੁਰੂ ਨਾਨਕ ਸਰੂਪ, ਅਕਾਲ ਪੁਰਖ ਸਰੂਪ, ਪਰ ਇੰਨੇ ਜ਼ਿਆਦਾ ਨਿਰਲੇਪ ਕਿ ਜਰਾ ਜਿੰਨਾ ਉਹਨਾਂ ਉੱਤੇ ਇਤਰਾਜ਼ ਨਹੀਂ ਕੀਤਾ, ਅਤੇ ਬੜੀ ਨਿਮਰਤਾ ਦੇ ਨਾਲ ਸਭ ਕਾਸੇ ਤੋਂ ਅਲੇਪ ਰਹਿ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਉੱਥੋਂ ਚਲੇ ਜਾਂਦੇ ਹਨ। ਇਸ ਕਰਕੇ ਭੱਟ ਕਲਸਹਾਰ ਜੀ ਆਖਦੇ ਹਨ, ਜਗਤਰ ਜਲ ਪਦਮ ਵਿਚਾਰ। ਜਿਵੇਂ ਕਮਲ ਜਿਹੜਾ ਹੈ ਚਿੱਕੜ ਵਿੱਚ ਰਹਿ ਕੇ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ, ਹੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਦੀ ਕਰਨੀ ਇੰਨੀ ਨਿਰਮਲ ਹੈ ਕਿ ਭਾਵੇਂ ਵਿਰੋਧਤਾ ਹੋਵੇ, ਭਾਵੇਂ ਜਿਸ ਤਰ੍ਹਾਂ ਕਿਸੇ ਤਰ੍ਹਾਂ ਵੀ ਹੋਵੇ, ਆਪ ਉਸ ਸਭ ਤੋਂ ਅਲੇਪ ਰਹਿੰਦੇ ਹੋ। ਕਲਿਪ ਤਰ ਰੋਗ ਬਿਦਾਰ, ਸੰਸਾਰ ਤਾਪ ਨਿਵਾਰ, ਆਤਮਾ ਤ੍ਰਿਬਦ ਤੇਰਾ ਏਕ ਲਿਵਤਾਰ। ਅਤੇ ਆਪ ਜੀ ਦੀ ਦ੍ਰਿਸ਼ਟੀ ਵਿੱਚ ਐਸਾ ਅੰਮ੍ਰਿਤ ਹੈ, ਕਲਿਪ ਤਰ ਰੋਗ ਬਿਦਾਰ, ਕਿ ਜਿਵੇਂ ਇੱਕ ਕਲਪਤਰ ਰੁੱਖ ਮੰਨਿਆ ਜਾਂਦਾ ਹੈ, ਉਹ ਸਾਰੀਆਂ ਕਾਮਨਾਵਾਂ ਦੀ ਪੂਰਤੀ ਵਾਲਾ ਕਿਹਾ ਜਾਂਦਾ ਹੈ।
ਤਾਂ ਭੱਟ ਕਲ ਸਹਾਰ ਜੀ ਆਖਦੇ ਨੇ ਕਿ ਆਪ ਜੀ ਦੀ ਕਿਰਪਾ ਦੇ ਨਾਲ ਸਾਰੇ ਰੋਗ ਬਿਦਾਰ ਭਾਵ ਦੂਰ ਹੋ ਜਾਂਦੇ ਹਨ। ਸੰਸਾਰ ਤਾਪ ਨਿਵਾਰ ਤੇ ਤਿੰਨਾਂ ਤਾਪਾਂ ਦੇ ਵਿੱਚ ਆਦ ਵਿਆਦ ਉਪਾਦ ਦੇ ਵਿੱਚ ਜਿਹੜਾ ਸਾਰਾ ਸੰਸਾਰ ਸੜ ਰਿਹਾ ਹੈ ਤ੍ਰਿਸ਼ਨਾ ਕਰਕੇ, ਵਾਸਨਾ ਕਰਕੇ, ਮਨਸ਼ਾ ਕਰਕੇ, ਤਾਂ ਭੱਟ ਕਲ ਜੀ ਆਖਦੇ ਨੇ ਉਹ ਤਿੰਨੇ ਤਾਪਾਂ ਦਾ ਨਿਵਾਰਨ ਕਰਕੇ ਆਤਮਾ ਤ੍ਰਿਬਦ ਤੇਰਾ ਏਕ ਲਿਵਤਾਰ। ਤੇ ਜਦੋਂ ਮਨ ਦੁਆਰਾ ਸ੍ਰਿਸ਼ਟੀ ਆਪ ਜੀ ਨੂੰ ਜਾਣਦੀ ਹੈ, ਬਚਨ ਦੁਆਰਾ ਆਪ ਜੀ ਨੂੰ ਸੁਣਦੀ ਹੈ ਤੇ ਬਾਣੀ ਦੁਆਰਾ ਆਪ ਜੀ ਦੇ ਨਾਲ ਜੁੜਦੀ ਹੈ, ਤਾਂ ਤਿੰਨਾਂ ਟੰਗਾਂ ਦੇ ਨਾਲ ਤੇਰਾ ਏਕ ਲਿਵਤਾਰ, ਤੁਹਾਡੇ ਨਾਲ ਇੱਕ ਤਾਰ ਹੋ ਕੇ ਸਾਰੀ ਕਾਇਨਾਤ ਜੁੜ ਜਾਂਦੀ ਹੈ। ਕਹੋ ਕੀਰਤ ਕਲ ਸਹਾਰ, ਸਬਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ, ਹੇ ਗੁਰੂ ਅੰਗਦ ਸਰੂਪ ਭਾਈ ਲਹਿਣਾ ਜੀ, ਤੁਹਾਡੀ ਜਿਹੜੀ ਉਸਤਤ ਹੈ ਸੱਤਾਂ ਦੀਪਾਂ ਦੇ ਵਿੱਚ ਹੋ ਰਹੀ ਹੈ। ਗੁਰ ਪਰਸ ਮੁਰਾਰ, ਜਦੋਂ ਤੋਂ ਗੁਰੂ ਨਾਨਕ ਚਰਨਾਂ ਨੂੰ ਪਰਸਿਆ ਹੈ ਤੇ ਗੁਰੂ ਰੂਪ ਹੋ ਕੇ ਜਗਤ ਵਿੱਚ ਜਾਣੇ ਗਏ ਹੋ, ਹੁਣ ਸਾਰੀ ਕਾਇਨਾਤ ਤੁਹਾਡੇ ਚਰਨਾਂ ਨੂੰ ਪੂਜ ਕੇ ਮੁਰਾਰ ਭਾਵ ਕੇ ਆਪਣੇ ਅਗਿਆਨ ਦਾ, ਆਪਣੇ ਜੀਵਨ ਦੇ ਜਿਹੜੇ ਅੰਧਕਾਰ ਪੱਖ ਦਾ ਨਾਸ਼ ਕਰਕੇ ਤੁਹਾਡੀ ਕਿਰਪਾ ਦੇ ਨਾਲ ਨਿਹਾਲ ਹੋ ਰਹੀ ਹੈ। ਤੈ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ। ਤਾਂ ਹੁਣ ਭੱਟ ਕਲ ਸਹਾਰ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਬਾਰੇ ਉਚਾਰਨ ਕਰਦੇ ਹਨ ਕਿ ਜਿਹੜੀ ਆਪ ਜੀ ਨੂੰ ਵਡਿਆਈ ਮਿਲੀ, ਜਿਹੜਾ ਗੁਰੂ ਨਾਨਕ ਸਰੂਪ ਹੋਣ ਦਾ ਪਰਮ ਅਵਸਰ ਮਿਲਿਆ, ਗੁਰੂ ਨਾਨਕ ਸਰੂਪ ਦੇ ਵਿੱਚ ਅਭੇਦ ਹੋਏ, ਕਹਿਣ ਲੱਗੇ ਕੇਵਲ ਇਸ ਜੀਵਨ ਦੀ ਸਾਧਨਾ ਨਹੀਂ ਹੈ, ਤੈ ਤਾਂ ਹਦਰਥ ਪਾਇਓ ਮਾਨ, ਤੁਸੀਂ ਤਾਂ ਉਸੇ ਦਰਗਾਹ ਤੋਂ ਮਾਣ ਪਾਇਆ ਹੈ ਜਿੱਥੋਂ ਗੁਰੂ ਨਾਨਕ ਸਰੂਪ ਅਕਾਲ ਰੂਪ ਹੋ ਕੇ ਪ੍ਰਗਟੇ ਸਨ। ਭਾਵ ਕਿ ਜਿਵੇਂ ਅਸੀਂ ਆਮ ਜਿਹੜਾ ਇਤਿਹਾਸ ਦੀ ਟਰਮ ਬਣਾਈ ਹੈ ਕਿ ਗੁਰੂ ਜੋਤ ਆਈ, ਉਹਨੇ ਪਹਿਲਾਂ ਹੁਕਮ ਮੰਨਿਆ, ਸੇਵਾ ਕੀਤੀ, ਫਿਰ ਪ੍ਰਵਾਨ ਹੋ ਕੇ ਗੁਰੂ ਜੋਤ 'ਚ ਭੇਦ ਹੋਏ। ਕਹਿੰਦੇ ਇਹ ਤਾਂ ਇੱਕ ਸਿਲਸਿਲਾ ਜਿਹੜਾ ਅਟਲ ਰੂਪ ਦੇ ਵਿੱਚ ਚੱਲਿਆ, ਕਿਉਂਕਿ ਸਾਰੀ ਕਾਇਨਾਤ ਨੂੰ ਇਹ ਜੀਵਨ ਜਾਚ ਸਿਖਾਉਣੀ ਹੈ। ਪਰ ਕਹਿੰਦੇ ਤੈ ਤਾਂ ਹਦਰਥ ਪਾਇਓ ਮਾਨ, ਕਿ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰਿਆਈ ਸਿੰਘਾਸਣ ਦਾ ਮਾਣ ਤੇ ਗੁਰੂ ਜੋਤ ਹੋਣ, ਦੂਜਾ ਰੂਪ ਹੋਣ ਦਾ ਜਿਹੜਾ ਵੱਡਾ ਮਾਨ ਹੈ ਉਹ ਆਪ ਜੀ ਨੇ ਧੁਰ ਦਰਗਾਹੋਂ ਪਾਇਆ ਹੈ। ਸੇਵਿਆ ਗੁਰ ਪ੍ਰਵਾਨ, ਤੇ ਜਗਤ ਦੇ ਵਿੱਚ ਕੇਵਲ ਸੇਵਾ ਕਰਕੇ ਪ੍ਰਵਾਨ ਚੜ੍ਹ ਗਏ ਹੋ। ਸਾਧ ਅਜਗਰ, ਤੇ ਜਿਹੜਾ ਮਨ ਅਜਗਰ ਵਰਗਾ ਅਸਾਧ ਤੇ ਚੰਚਲ ਹੈ, ਜਿਨ ਕੀਆ ਉਨਮਾਨ, ਤੇ ਗੁਰੂ ਬਚਨ ਮੰਨ ਕੇ ਆਪਣੇ ਅਜਗਰ ਮਨ ਨੂੰ ਵਸ ਵਿੱਚ ਕੀਤਾ। ਜਿਵੇਂ ਜਿੰਨੀਆਂ ਕਠਿਨ ਪ੍ਰੀਖਿਆਵਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਈਆਂ, ਤੇ ਉਹਦਾ ਭਾਵ ਭਾਈ ਭੱਟ ਕਲ ਸਹਾਰ ਜੀ ਆਖਦੇ ਨੇ ਜਿਨ ਕੀਆ ਉਨਮਾਨ, ਕਿ ਇੱਕ ਤਾਂ ਹੁੰਦਾ ਬੰਦੇ ਦੇ ਮਨ ਅੰਦਰ ਫੁਰਨਾ ਰਹਿ ਜਾਵੇ, ਕਿ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਆਗਿਆ ਕਰਦੇ ਸਨ ਤਾਂ ਭਾਈ ਲਹਿਣਾ ਜੀ ਨੇ ਆਪਣੇ ਅੰਦਰੋਂ ਫੁਰਨਾ ਹੀ ਖਤਮ ਕਰ ਦਿੱਤਾ। ਤੇ ਜਦੋਂ ਉਹਦਾ ਸਿਖਰ ਹੋਇਆ, ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਕਿ ਮੁਰਦਾ ਖਾਣਾ ਆਰੰਭ ਕਰੋ, ਤੇ ਇਹ ਉਸੇ ਵਕਤ ਹੀ ਭਾਈ ਲਹਿਣਾ ਜੀ ਨੇ ਕਿਹਾ ਕਿਸ ਤਰਫੋਂ। ਤਾਂ ਜਦੋਂ ਦੇਖਿਆ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿ ਇਹਨਾਂ ਦੇ ਅੰਦਰ ਮਨ ਤਾਂ ਕਿ ਕੋਈ ਫੁਰਨਾ ਤੱਕ ਨਹੀਂ ਬਚਿਆ, ਤਾਂ ਭੱਟ ਕਲ ਸਹਾਰ ਜੀ ਆਖਦੇ ਹਨ ਕਿ ਅਜਗਰ ਵਰਗੇ ਮਨ ਨੂੰ ਆਪਣੇ ਆਪ ਜੀ ਨੇ ਸਾਧ ਲਿਆ। ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ ਜਾਣੀ, ਅਕਲਗਤ ਗੁਰ ਪ੍ਰਵਾਨ, ਕਿ ਆਪ ਜੀ ਨੇ ਗੁਰੂ ਨਾਨਕ ਸਰੂਪ ਦੇ ਦਰਸ਼ਨ ਨੂੰ ਹਰ ਹਰ ਕਰਕੇ ਜਾਣਿਆ ਤੇ ਆਪਣੀ ਆਤਮਾ ਉਹਨਾਂ ਦੇ ਨਾਲ ਅਭੇਦ ਕਰ ਦਿੱਤੀ। ਫਿਰ ਗੁਰੂ ਕੋਲੋਂ ਐਸੇ ਪਰਮ ਗਿਆਨ ਦਾ ਪ੍ਰਕਾਸ਼ਕ ਹੋਇਆ ਕਿ ਗੁਰੂ ਦ੍ਰਿਸ਼ਟੀ ਦੇ ਵਿੱਚ ਆਪ ਜੀ ਪ੍ਰਵਾਨ ਚੜ੍ਹ ਗਏ। ਹੁਣ ਅਕਲਗਤ ਦਾ ਭਾਵ ਕੀ ਹੈ? ਕਿਉਂਕਿ ਗੁਰੂ ਨਾਨਕ ਸਰੂਪ ਨੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਨਵਾਜ਼ਿਸ਼ ਕਰਨੀ ਸੀ, ਤਾਂ ਉਹਨਾਂ ਨੇ ਜੀਵਨ ਦੇ ਵਿੱਚ ਉਹ ਸਾਰਾ ਪ੍ਰਕਾਸ਼ ਜਦੋਂ ਉਹਨਾਂ ਦੇ ਉੱਪਰ ਨਾਜ਼ਲ ਕਰਨਾ ਸੀ, ਤਾਂ ਉਹਦੇ ਲਈ ਸਮਝਣ ਦੇ ਲਈ ਇੱਕ ਗੱਲ ਜ਼ਰੂਰੀ ਸੀ ਕਿ ਸਭ ਤੋਂ ਪਹਿਲਾਂ ਜਿਹੜੀ ਗੁਰੂ ਜੋਤ ਹੈ ਉਹਦੀ ਦ੍ਰਿਸ਼ਟੀ ਦੇ ਵਿੱਚ ਸਮਤਾ ਹੋਵੇ, ਉਹਦੇ ਹਿਰਦੇ ਅੰਦਰ ਨਿਰਵੈਰਤਾ ਨਿਰਭੈਤਾ ਹੋਵੇ, ਉਹ ਸ਼ਬਦ ਦੀ ਪ੍ਰਕਾਸ਼ਕ ਹੋਵੇ ਤੇ ਗੁਰਮੁਖਤਾ ਦਾ ਪ੍ਰਕਾਸ਼ ਉਹਦੇ ਬਚਨਾਂ ਤੋਂ ਹੁੰਦਾ ਹੋਵੇ। ਇਸ ਕਰਕੇ ਭੱਟ ਕਲ ਸਹਾਰ ਜੀ ਆਖਦੇ ਹਨ ਕਿ ਗੁਰੂ ਨਾਨਕ ਸਰੂਪ ਦੇ ਦਰਸ਼ਨ ਕਰਕੇ ਉਸ ਸਾਰੇ ਦਰਸ਼ਨਾਂ ਦੇ ਭਾਵ ਨੂੰ ਆਪ ਜੀ ਨੇ ਆਪਣੀ ਆਤਮਾ ਦੇ ਅੰਦਰ ਸੰਭਾਲਿਆ, ਜਿਹਦੇ ਕਰਕੇ ਗੁਰ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ। ਜਾ ਕੀ ਦ੍ਰਿਸ਼ਟ ਅਚਲ ਠਾਣ, ਬਿਮਲ ਬੁੱਧ ਸਥਾਨ,
ਪਹਿਰ ਸੀਲ ਸਨਾਹੋ ਸਖਤ ਵਿਦਾਰ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਗੁਰੂ ਨਾਨਕ ਸਰੂਪ ਦੀ ਦ੍ਰਿਸ਼ਟੀ ਅਚਲ ਠਾਣ, ਕਿ ਕਦੇ ਉਹਨਾਂ ਦਾ ਸਿੰਘਾਸਣ ਡੋਲਣ ਵਾਲਾ ਨਹੀਂ। ਜਿਹੜੀ ਉਹਨਾਂ ਦੀ ਉੱਚ ਗੁਰੂ ਦੀ ਆਤਮਿਕ ਉੱਚਤਾ ਹੈ, ਆਪ ਜੀ ਨੇ ਆਪਣੀ ਬੁੱਧੀ ਦੇ ਪਰਮ ਭੇਦ ਨੂੰ ਤਿਆਗ ਕੇ ਗੁਰੂ ਸਰੂਪ ਦੇ ਵਿੱਚ ਪਹਿਲਾਂ ਗੁਰੂ ਬਚਨ ਮੰਨਿਆ, ਫਿਰ ਗੁਰੂ ਬਚਨ ਐਸੇ ਢੰਗ ਦੇ ਨਾਲ ਕਮਾਇਆ ਕਿ ਗੁਰੂ ਸੁਰਤ ਜਿੰਨੇ ਉੱਚੇ ਹੋ ਗਏ। ਤੇ ਪਹਿਰ ਸੀਲ ਸਨਾਹੋ ਤੇ ਸ਼ਾਂਤ ਸਹਿਜ ਦੀ ਸੰਜੋ ਪਹਿਨ ਕੇ ਸਖਤ ਵਿਦਾਰ, ਤੇ ਸਾਰੇ ਸੰਸਾਰ ਦੀ ਜਿਹੜੀ ਸਖਤ ਭਾਵ ਕੇ ਮਾਇਆ ਦੀ ਅਗਿਆਨਤਾ ਭਟਕਣਾ ਹੈ ਉਹਨੂੰ ਦੂਰ ਕੀਤਾ ਹੈ। ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ। ਲਹਿਣਾ ਜਗਤਰ ਗੁਰ ਪਰਸ ਮੁਰਾਰ। ਤਾਂ ਭੱਟ ਕਲ ਸਹਾਰ ਜੀ ਉਚਾਰਨ ਕਰਦੇ ਹਨ ਕਿ ਹੇ ਗੁਰੂ ਅੰਗਦ ਸਰੂਪ ਜੀ, ਆਪ ਜੀ ਦੀ ਉਸਤਤ ਸੱਤਾਂ ਦੀਪਾਂ ਦੇ ਵਿੱਚ ਹੋ ਰਹੀ ਹੈ। ਤੇ ਗੁਰੂ ਨਾਨਕ ਮੁਬਾਰਕ ਚਰਨਾਂ ਨੂੰ ਪਰਸ ਕੇ ਆਪ ਜੀ ਗੁਰੂ ਨਾਨਕ ਸਰੂਪ ਹੋ ਗਏ ਹੋ। ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਪਰਨਾਸਨ। ਅਗਲੇ ਸਵਈ ਅੰਦਰ ਭੱਟ ਕਲ ਸਹਾਰ ਜੀ ਬਖਸ਼ਿਸ਼ ਕਰਦੇ ਹਨ, ਆਪ ਜੀ ਦੀ ਦ੍ਰਿਸ਼ਟ ਜਦੋਂ ਹੀ ਕਿਸੇ ਉੱਪਰ ਦ੍ਰਿਸ਼ਟੀ ਧਰਦੇ ਹੋ, ਤਮ ਹਰਨ ਉਹਦੇ ਅਗਿਆਨ ਦਾ ਨਾਸ਼ ਹੋ ਜਾਂਦਾ ਹੈ। ਦਹਨ ਭਾਵ ਕਿ ਉਹਦੇ ਹਿਰਦੇ ਦੇ ਜਿਹੜੇ ਮੈਲੇ ਸੰਸਕਾਰ ਹਨ ਉਹ ਜਲ ਜਾਂਦੇ ਹਨ। ਅਗ ਪਾਪ ਪਰਨਾਸਨ, ਤੇ ਪਾਪਾਂ ਦਾ ਬਣਿਆ ਹੋਇਆ ਜੀਵਨ ਦੇ ਵਿੱਚ ਗਹਿਰਾ ਪ੍ਰਭਾਵ ਤੁਹਾਡੀ ਦ੍ਰਿਸ਼ਟੀ ਦੇ ਨਾਲ ਨਾਸ਼ ਹੋ ਜਾਂਦਾ ਹੈ। ਸ਼ਬਦ ਸੂਰ ਬਲਵੰਤ, ਫਿਰ ਆਪ ਜੀ ਆਪਣੇ ਸ਼ਬਦ ਦੇ ਨਾਲ ਐਸੀ ਬਲ ਰੂਪ ਸੂਰਮਤਾ ਬਖਸ਼ਿਸ਼ ਕਰਦੇ ਹੋ ਜਿਹਦੇ ਸਦਕਾ ਜਦੋਂ ਗੁਰਸਿੱਖ ਸ਼ਬਦ ਦੀ ਕਮਾਈ ਕਰਦਾ ਹੈ, ਕਾਮ ਅਰ ਕ੍ਰੋਧ ਵਿਨਾਸ਼ਨ, ਤੇ ਕਾਮ ਕ੍ਰੋਧ ਦੀ ਸਾਰੀ ਸੈਨਾ ਦਾ ਵਿਨਾਸ਼ ਹੋ ਜਾਂਦਾ ਹੈ। ਲੋਭ ਮੋਹ ਵਸ ਕਰਨ, ਫਿਰ ਆਪਣੇ ਨਾਮ ਰੂਪ ਦਾ ਪ੍ਰਕਾਸ਼ ਕਰਕੇ ਬਾਣੀ ਦੁਆਰਾ ਭਗਤੀ ਦਾ ਐਸਾ ਮਾਰਗ ਦਿਖਾਉਂਦੇ ਹੋ ਕਿ ਲੋਭ ਮੋਹ ਨੂੰ ਗੁਰਸਿੱਖ ਆਪਣੇ ਵਸ ਵਿੱਚ ਕਰ ਲੈਂਦੇ ਹਨ। ਤੇ ਸਰਣ ਆਏ ਸਾਰੇ ਜਾਚਕਾਂ ਨੂੰ ਪ੍ਰਤਪਾਲਣ ਵਾਲੇ ਹੋ। ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਤੇ ਇਸ ਜਗਤ ਵਿੱਚ ਰਹਿ ਕੇ ਉਹ ਰਾਸ ਇਕੱਤਰਤ ਕਰ ਰਹੇ ਹੋ ਜਿਹੜੀ ਆਤਮਿਕ ਜੀਵਨ ਵਾਲੀ ਹੈ। ਭਾਵ ਕਿ ਇਹ ਨਹੀਂ ਕਿ ਗੁਰਤਾ 'ਤੇ ਬੈਠ ਕੇ ਕੋਈ ਆਪਣਾ ਵਿਥਾਰ ਕਰ ਰਹੇ ਹੋ ਕਿ ਸਾਡੀ ਕੋਈ ਵੱਡੀ ਵਡਿਆਈ ਹੋ ਜਾਵੇ। ਦਰਅਸਲ ਆਤਮ ਰਤ, ਕਿ ਸਾਰੀ ਜਗਤ ਨੂੰ ਸ਼ਬਦ ਦੇ ਨਾਲ ਭੇਦ ਦੱਸ ਰਹੇ ਹੋ ਕਿ ਕਿਵੇਂ ਆਪਣੇ ਸਤ ਸਰੂਪ ਦੇ ਨਾਲ ਅਭੇਦ ਹੋਣਾ ਹੈ। ਅੰਮ੍ਰਿਤ ਕਲ ਢਾਲਣ, ਤੇ ਅੰਮ੍ਰਿਤ ਜੀਵਨ ਵਾਲੇ ਸਾਰਿਆਂ ਨੂੰ ਬਣਾ ਰਹੇ ਹੋ। ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ। ਤਾਂ ਭੱਟ ਕਲ ਸਹਾਰ ਜੀ ਆਖਦੇ ਹਨ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਕਲਯੁੱਗ ਵਿੱਚ ਪ੍ਰਗਟੇ, ਉਹਨਾਂ ਨੇ ਆਪਣੇ ਸਤਿਗੁਰ ਸਰੂਪ ਦਾ ਜਿਹੜਾ ਤਿਲਕ ਹੈ ਉਹ ਆਪ ਜੀ ਦੇ ਮਸਤਕ ਉੱਪਰ ਭੇਟ ਕੀਤਾ। ਇਸ ਕਰਕੇ ਜਿਹੜਾ ਗੁਰੂ ਨਾਨਕ ਸ਼ਰਨ ਨਾਲ ਜੁੜ ਕੇ ਇਸ ਸੰਸਾਰ ਸਾਗਰ ਤੋਂ ਤਰ ਗਿਆ, ਸਤਿਗੁਰੂ ਤਿਲਕ ਪ੍ਰਾਪਤ ਹੋਣ ਕਰਕੇ ਤੁਹਾਡੀ ਸ਼ਰਨ ਪੈਣ ਦੇ ਨਾਲ ਵੀ ਸਾਰੇ ਤਰ ਜਾਂਦੇ ਹਨ। ਗੁਰ ਜਗਤ ਫਿਰਨ ਸੀਹ ਅੰਗ ਰਉ ਰਾਜ ਜੋਗ ਲਹਿਣਾ ਕਰੇ। ਤਾਂ ਭੱਟ ਕਲ ਸਹਾਰ ਜੀ ਆਖਦੇ ਹਨ, ਇਹ ਭਾਈ ਫੇਰੂ ਜੀ ਦੇ ਸਪੁੱਤਰ ਭਾਵ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਜੋਤ ਕੋਲੋਂ ਗੁਰਿਆਈ ਦਾ ਤਿਲਕ ਲੈ ਕੇ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਾਜ ਜੋਗ ਮਾਣਿਆ, ਹੁਣ ਉਹੀ ਰਾਜ ਜੋਗ ਦੇ ਭਾਵ ਨੂੰ ਆਪ ਜੀ ਵੀ ਮਾਣ ਰਹੇ ਹੋ। ਭਾਵ ਕਿ ਮਾਇਆ ਤੋਂ ਅਲੇਪ ਰਹਿ ਕੇ ਮਾਇਆ ਦੇ ਤਾਰਕ ਬਣੇ ਹੋ, ਜਗਤ ਵਿੱਚ ਰਹਿ ਕੇ ਜਗਤ ਦੀ ਸੀਮਾ ਤੋਂ ਪਾਰ ਵਸਦੇ ਹੋ। ਦੇਹ ਦੇ ਅੰਦਰ ਰਹਿ ਕੇ ਆਤਮ ਜੋਤ ਦੇ ਆਤਮ ਨਿਜਤਾ ਦੇ ਵਿੱਚ ਗੁਰੂ ਨਾਨਕ ਪਰਮ ਜੋਤ ਦੇ ਵਿੱਚ ਤੁਹਾਡਾ ਵਾਸ ਹੈ। ਇਸ ਪ੍ਰਕਾਰ ਭੱਟ ਕਲ ਸਹਾਰ ਜੀ ਪੰਜ ਸੋਈਆਂ ਦੁਆਰਾ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਿਫਤ ਦਾ ਉਚਾਰਨ ਕਰਦੇ ਹਨ ਕਿ ਸਤਿਗੁਰੂ ਗੁਰੂ ਨਾਨਕ ਸਰੂਪ ਨੇ ਜਦੋਂ ਭਾਈ ਲਹਿਣਾ ਜੀ ਦੇ ਮਸਤਕ ਦੇ ਹੱਥ ਧਰਿਆ, ਉਹਨਾਂ ਦੇ ਹਿਰਦੇ ਅੰਦਰ ਅੰਮ੍ਰਿਤ ਦਾ ਪ੍ਰਵਾਹ ਛੇੜ ਦਿੱਤਾ। ਤੇ ਉਸੇ ਅੰਮ੍ਰਿਤ ਦੇ ਪ੍ਰਵਾਹ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੀ ਬਾਣੀ ਦੁਆਰਾ, ਆਪਣੀ ਦ੍ਰਿਸ਼ਟੀ ਦੁਆਰਾ ਸਾਰੇ ਸੰਸਾਰ ਦੇ ਕਲਿਆਣ ਰੂਪ ਦੇ ਵਿੱਚ ਵਰਤਾਇਆ। ਇਸ ਤਰ੍ਹਾਂ ਫਿਰ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਬੜੀ ਅਜੀਮ ਸਿਫਤ ਕੀਤੀ ਹੈ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ